ਗਨ ਕਲਚਰ ਤੇ ਜੋ ਸਖਤੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਸੀ ਉਹ ਹੁਣ ਅੱਗੇ ਵੱਧਦੀ ਹੋਰ ਉਸ ਦਾ ਦਾਇਰਾ ਜਿਹੜਾ ਹੈ ਵੱਡਾ ਹੁੰਦਾ ਜਾ ਰਿਹਾ ਹੈ ਤੇ ਹੁਣ ਕੇਂਦਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਵੀ ਇੱਕ ਸਖਤ ਜਿਹੜੀ ਐਡਵਾਈਜ਼ਰੀ ਹੈ ਉਹ ਜਾਰੀ ਕੀਤੀ ਹੈ। ਸਖਤ ਹਦਾਇਤਾਂ ਜਾਰੀ ਕੀਤੀਆਂ ਨੇ। ਰੇਡੀਓ ਤੇ ਗਨ ਕਲਚਰ बैन कर दिता गया है, यानी रेडियो ते जिन्ने भी गाने चलणगे उन्हां ते सख्ती कर दी गई है। FM ते हथियारां दे, ड्रग्स दे, गैंगस्टरां वाले गीत हुण नहीं बजाए जा सकणगे। ये इंफॉर्मेशन एंड ब्रॉडकास्टिंग मिनिस्ट्री दा जिहड़ा वड्डा फैसला है, उन्हां दीयां हदायतां ने, जिहड़ी सूचना प्रसारण मंत्राला है उस दीयां हदायतां ने। सो गन कल्चर वाले गाने, ड्रग्स वाले गाने, हथियारां वाले गाने, गैंगस्टरां वाले गाने, जिन्हां गाणियां च इन्हां चीज़ां दा जिक्र हुंदा है, ਉਹ गाने हुण FM ते बैन होणगे। अजिहे गीतां दा प्रसारण एयर प्रोग्राम कोड दे खिलाफ है। ਇਹ IB मिनिस्ट्री ਦੀਆਂ ਹਦਾਇਤਾਂ ਨੇ। ਮੰਤਰਾਲੇ ਨੇ पंजाब हरियाणा हाई कोर्ट ਦੇ ਹੁਕਮਾਂ ਦਾ ਵੀ ਹਵਾਲਾ ਦਿੱਤਾ ਹੈ और उन्होंने कहा है कि जे कोई भी FM इन्हां गाणियां ਦਾ ਇਸਤੇਮਾਲ ਕਰੇਗਾ, ਕੋਈ ਵੀ FM ਰੇਡੀਓ ਤੇ ਇਹ ਗਾਣੇ ਚੱਲਣਗੇ ਤਾਂ ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਹੋਏਗੀ। ਸੋ ਸੂਚਨਾ ਪ੍ਰਸਾਰਣ ਮੰਤਰਾਲੇ ਦੀ ਇਹ ਵੱਡੀ ਕਾਰਵਾਈ ਹੈ ਔਰ ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਸਖਤ ਹਦਾਇਤਾਂ ਕਿ ਹੁਣ ਗਨ ਕਲਚਰ ਦੇ ਜਿਹੜੇ ਗਾਣੇ ਨੇ, ਗਨ ਕਲਚਰ ਦੇ ਗਾਣੇ ਹੁਣ ਰੇਡੀਓ ਤੇ ਨਹੀਂ ਵਜਾਏ ਜਾ ਸਕਣਗੇ। ਡਰੱਗਸ ਦੇ ਗਾਣੇ ਰੇਡੀਓ ਤੇ ਨਹੀਂ ਵਜਾਏ ਜਾ ਸਕਣਗੇ। ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਰੇਡੀਓ ਤੇ ਨਹੀਂ ਵਜਾਏ ਜਾ ਸਕਣਗੇ। ਤਾਂ ਇਸ ਵੇਲੇ ਦੀ ਵੱਡੀ ਖਬਰ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਗਨ ਕਲਚਰ ਵਾਲੇ ਗਾਣੇ ਸਰਕਾਰ ਨੇ ਰੋਕੇ ਨੇ, ਬੈਨ ਕੀਤੇ ਨੇ ਔਰ ਗਾਣੇ ਵੀ ਨਹੀਂ, ਸਿਰਫ ਜਿਹੜਾ ਵਿਅਕਤੀ ਕੋਈ ਸੋਸ਼ਲ ਮੀਡੀਆ ਤੇ ਹਥਿਆਰਾਂ ਨੂੰ ਗਲੋਰੀਫਾਈ ਕਰਨ ਦੇ ਲਈ ਕੋਈ ਪੋਸਟ ਪਾਉਂਦਾ ਹੈ ਉਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ। ਸੋ ਹੁਣ ਇਸ ਦੇ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ, ਕੇਂਦਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਨੇ ਇਹ ਵੱਡਾ ਫੈਸਲਾ ਲਿਆ ਔਰ ਰੇਡੀਓ ਤੇ FM ਰੇਡੀਓ ਨੇ ਜਿੰਨੇ ਵੀ ਪ੍ਰਾਈਵੇਟ ਜਿਹੜੇ ਰੇਡੀਓ ਚੈਨਲਸ ਨੇ ਉਹਨਾਂ ਰੇਡੀਓਜ਼ ਤੇ ਹੁਣ ਇਹਨਾਂ ਗਾਣਿਆਂ ਦੀ ਪ੍ਰਮੋਸ਼ਨ ਕਿਸੇ ਵੀ ਤਰੀਕੇ ਨਾਲ ਨਹੀਂ ਕੀਤੀ ਜਾ ਸਕੇਗੀ। ਇਹ ਗਾਣੇ नहीं बजाए जा सकणगे। बहुत सारे पंजाबी गायक ने जिन्होंने गन कल्चर ते गाने गाए ने, ड्रग्स ते गाने गाए ने, हथियारां ते गाने गाए ने, गैंगस्टरां ते गाने गाए ने। सो ये सब कुछ हुण बैन होएगा। ਤਾਂ ਸਾਡੇ ਨਾਲ ਇਸ ਤੇ ਹੋਰ ਗੱਲਬਾਤ ਕਰਨ ਦੇ ਲਈ ਆਰਜੇ ਗੀਤ ਜੁੜੇ ਨੇ, ਰੇਡੀਓ ਜੌਕੀ ਨੇ। ਗੀਤ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਔਰ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰ ਰਹੇ ਹਾਂ ਇਹ ਵੱਡਾ ਫੈਸਲਾ ਹੈ IB ਮਿਨਿਸਟਰੀ ਦਾ। ਸੋ ਬੀਇੰਗ ਆਰਜੇ ਕਿਸ ਲਿਹਾਜ਼ ਨਾਲ ਦੇਖਦੇ ਹੋ? ਪਹਿਲੀ ਨਜ਼ਰੇ ਇਸ ਫੈਸਲੇ ਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ? ਪਹਿਲੀ ਨਜ਼ਰ ਇਹ ਹੈ ਕਿਉਂਕਿ ਅਸੀਂ ਪਰਸਨਲੀ ਪ੍ਰੋਫੈਸ਼ਨਲੀ ਦੋਨੋਂ ਵੱਲ ਇੱਕ ਚੀਜ਼ ਨੂੰ ਵੇਖਦੇ ਹਾਂ। ਸਭ ਤੋਂ ਪਹਿਲੇ ਤਾਂ ਬਹੁਤ-ਬਹੁਤ ਧੰਨਵਾਦ, ਤੁਸੀਂ ਸੱਦਾ ਦਿੱਤਾ। ਤੇ ਮੇਰਾ ਇਹੀ ਮੰਨਣਾ ਹੈ ਕਿਉਂਕਿ ਪਰਸਨਲੀ ਇੱਕ ਰੇਡੀਓ ਜੌਕੀ ਦੀ ਰਿਸਪੌਂਸਿਬਿਲਿਟੀ ਇਹ ਬਣਦੀ ਹੈ ਕਿ ਸੁਸਾਇਟੀ ਨੂੰ ਉਹਨੇ ਇਕਜੁੱਟ ਕਰਕੇ ਰੱਖਣਾ ਹੈ, ਐਂਟਰਟੇਨ ਵੀ ਕਰਨਾ ਹੈ, लेकिन उस दे नाल डिमांड भी बहुत ज्यादा एक वड्डा रोल प्ले करदी है क्योंकि हाले तक अजिहे सॉन्ग्स दी डिमांड रही ते अजिहे सॉन्ग्स होर बनदे गए, अजिहे सॉन्ग होर बनदे गए, मोर पॉपुलैरिटी हुई ते जेड़े भी रेडियो स्टेशंस ने ਉਹ अपने स्टेशन ते पॉपुलर ट्रैक ਨੂੰ ਹੀ ਸੱਦਾ ਦਿੰਦੇ ਨੇ, ਉਹੀ ਟਰੈਕਸ ਚੱਲਦੇ ਨੇ ਤੇ ਇਟ ਇਜ਼ ਅ ਕਾਈਂਡ ਆਫ ਵਿਸ਼ੀਅਸ ਸਰਕਲ। ਜਿੰਨੀ ਡਿਮਾਂਡ ਵਧੇਗੀ ਉਦਾਂ ਦੀ ਸਪਲਾਈ ਹੁੰਦੀ ਰਹੇਗੀ। ਹੁਣ ਜਿਹੜਾ ਵੱਡਾ ਫੈਸਲਾ ਲਿੱਤਾ ਗਿਆ ਹੈ, ਜਿਹੜਾ ਮਿਨਿਸਟਰੀ ਨੇ ਲਿੱਤਾ ਗਿਆ ਹੈ, ਪਰਸਨਲੀ ਹੁਣ ਮੇਰੀ ਪਰਸਨਲੀ ਗੱਲ ਆਂਦੀ ਹੈ, ਪਰਸਨਲੀ ਮੈਂ ਬਹੁਤ ਸਵਾਗਤ ਕਰਦੀ ਹਾਂ ਕਿਉਂਕਿ ਕਦੀ ਰੇਡੀਓ ਜੌਕੀਜ਼ ਦੇ ਕੋਲ ਉਹ ਫਰੀडम ਨਹੀਂ ਹੁੰਦੀ ਜੋ ਕਿ ਉਸ ਚੀਜ਼ ਨੂੰ ਉਹ ਦੱਸ ਸਕਣ ਕਿ ਉਸ ਨੂੰ ਸਪੋਰਟ ਕਰਦੇ ਨੇ ਜਾਂ ਉਸ ਦੇ ਅਗੇਂਸਟ ਜਾਂਦੇ ਨੇ। ਕਿਉਂਕਿ ਇੱਕ ਰੇਡੀਓ ਜੌਕੀ ਦੀ ਰਿਸਪੌਂਸਿਬਿਲਿਟੀ, ਜਿਵੇਂ ਕਿ ਮੈਂ ਪਹਿਲੇ ਦੱਸਿਆ, ਕਿ ਉਸਨੇ ਇਕਜੁੱਟ ਕਰਨਾ ਹੈ, ਸਮਾਜ ਨੂੰ ਸੋਹਣਾ ਵਧੀਆ ਬਣਾਉਣਾ ਹੈ। ਲੇਕਿਨ ਐਂਟਰਟੇਨਮੈਂਟ ਦੇ ਚੱਕਰ ਦੇ ਵਿੱਚ ਕਦੀ ਉਸ ਚੀਜ਼ ਨੂੰ ਅਸੀਂ ਕਦੀ ਆਪਣੇ ਨਾ ਹੋ ਕੇ ਵੀ ਅਸੀਂ ਉਹਨੂੰ ਫੋਲੋ ਕਰ ਰਹੇ ਸੀ। ਬਟ ਇੱਕ ਬਹੁਤ ਸੋਹਣਾ ਫੈਸਲਾ ਹੈ ਕਿਉਂਕਿ ਅਸੀਂ ਵੇਖਿਆ ਕਿ ਆਲ ਇੰਡੀਆ ਰੇਡੀਓ ਹੈ ਜਾਂ ਜਿਹੜੇ ਸਾਡੇ ਕਮਿਊਨਿਟੀ ਰੇਡੀਓਜ਼ ਨੇ ਉੱਥੇ ਤੇ ਪਹਿਲੇ ਤੋਂ ਹੀ ਮਿਨਿਸਟਰੀ ਦੀ ਗਾਈਡਲਾਈਨਸ ਹੈ ਕਿ ਅਸੀਂ ਕੋਈ ਵੀ ਅਜਿਹਾ ਮਿਊਜ਼ਿਕ, ਕੋਈ ਵੀ ਅਜਿਹਾ ਕੰਟੈਂਟ ਨਹੀਂ ਲੈ ਸਕਦੇ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦਾ
ਅਸੀਂ ਕਿਸੇ ਚਾਹੇ ਗਨ ਕਲਚਰ ਦੀ ਗੱਲ ਕੀਤੀ ਜਾਏ, ਡਰੱਗਸ ਅਬਿਊਜ਼ ਦੀ ਗੱਲ ਕੀਤੀ ਜਾਏ, ਕੁੜੀਆਂ ਨੂੰ ਛੇੜਖਾਨੀ ਨੂੰ ਲੈ ਕੇ ਅਜਿਹਾ ਕੰਟੈਂਟ ਅਸੀਂ ਪਹਿਲੇ ਤੋਂ ਹੀ ਆਲ ਇੰਡੀਆ ਰੇਡੀਓ ਤੇ ਕਮਿਊਨਿਟੀ ਰੇਡੀਓ ਤੇ ਅਸੀਂ ਨਹੀਂ ਚਲਾ ਸਕਦੇ, ਬਟ ਸੋਹਣਾ ਕਦਮ ਹੈ ਕਿਉਂਕਿ ਹੁਣ ਆਟੋਮੈਟਿਕਲੀ ਇਹ ਕਾਈਂਡ ਆਫ ਪ੍ਰੈਸ਼ਰ ਵੀ ਹੋਏਗਾ ਤੇ ਉਮੀਦ ਹੈ ਕਿ ਜਲਦੀ ਸਾਨੂੰ ਹੋਰ ਸੋਹਣੇ ਗੀਤ, ਕਿਉਂਕਿ ਸਾਡੇ ਗੀਤ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਰਾਈਟਰਸ ਨੇ ਉਹ ਔਰ ਜਿਹੜੇ ਸਾਡੇ ਅਮੇਜ਼ਿੰਗ ਸਿੰਗਰਸ ਨੇ ਉਹ ਅਜਿਹਾ ਨਹੀਂ ਹੈ ਕਿ ਬਿਨਾਂ ਗਨ ਕਲਚਰ ਜਾਂ ਕਿਸੇ ਹੋਰ ਅਬਿਊਜ਼ਿਵ ਲੈਂਗੁਏਜ ਨੂੰ ਪ੍ਰਮੋਟ ਕੀਤੇ ਬਿਨਾਂ ਵੀ ਗਾਣੇ ਨਹੀਂ ਲੈ ਕੇ ਆ ਸਕਦੇ। ਤੇ ਵੀ ਆਰ ਵੈਰੀ ਐਕਸਾਈਟਿਡ ਕਿ ਹੋਰ ਸੋਹਣੇ ਗਾਣੇ ਆਣਗੇ ਔਰ ਬਹੁਤ ਸੋਹਣਾ ਰਹੇਗਾ ਇਹ ਫੈਸਲਾ। ਨਹੀਂ, ਤੁਸੀਂ ਬੜੀ ਠੀਕ ਗੱਲ ਕੀਤੀ ਹੈ। ਗੀਤ ਤੁਸੀਂ ਆਰਜੇ ਹੋ, ਅਸੀਂ ਟੀਵੀ ਐਂਕਰ ਹੈ, ਪ੍ਰੋਫੈਸ਼ਨ ਲਗਭਗ ਇੱਕੋ ਜਿਹਾ ਹੀ ਹੈ ਔਰ ਬਹੁਤ ਵਾਰੀ ਜਿਹੜੀਆਂ ਐਸੀਆਂ ਚੀਜ਼ਾਂ ਹੁੰਦੀਆਂ ਤੁਸੀਂ ਨਹੀਂ ਕਹਿ ਸਕਦੇ, ਕਈ ਵਾਰੀ ਤੁਹਾਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਗਲਤ ਹੈ, ਇਹ ਨਹੀਂ ਹੋਣੀ ਚਾਹੀਦੀ, ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਕੀਤਾ ਜਾਣਾ ਚਾਹੀਦਾ, ਪਰ ਕਈ ਵਾਰੀ ਕਿਉਂਕਿ ਕਾਨੂੰਨ ਦੇ ਵਿੱਚ ਜਿਹੜੇ ਲੂਪ ਹੋਲਸ ਹੁੰਦੇ ਨੇ ਜਾਂ ਉਸ ਦੀ ਇੰਪਲੀਮੈਂਟੇਸ਼ਨ ਉਸ ਤਰੀਕੇ ਨਾਲ ਨਹੀਂ ਹੁੰਦੀ ਤਾਂ ਉਹ ਚੀਜ਼ਾਂ ਸੁਸਾਇਟੀ ਦੇ ਵਿੱਚ ਚੱਲਦੀਆਂ ਨੇ। ਔਰ ਇੱਕ ਗੱਲ ਹੋਰ ਜਿਹੜੀ ਤੁਸੀਂ ਕੀਤੀ ਹੈ ਡਿਮਾਂਡ ਦੀ, ਕਿ ਡਿਮਾਂਡ ਜਿਸ ਤਰੀਕੇ ਦੀ ਹੋਏਗੀ ਫਿਰ ਉਹ ਚੀਜ਼ਾਂ ਦੀ ਉਸੇ ਤਰੀਕੇ ਨਾਲ ਪੇਸ਼ਕਾਰੀ ਜਿਹੜੀ ਆ ਉਹ ਵੱਧਦੀ ਜਾਏਗੀ। ਔਰ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਵੀ ਸੋਸ਼ਲ ਮੀਡੀਆ ਦਾ ਜਿਹੜਾ ਟ੍ਰੈਂਡ ਹੈ ਪਿਛਲੇ ਸਮੇਂ ਦੇ ਵਿੱਚ, ਜੇ ਮੈਂ 5-7 ਸਾਲ 7-8 ਸਾਲ ਪਿੱਛੇ ਤੋਂ ਚੀਜ਼ਾਂ ਨੂੰ ਆਪਾਂ ਚੱਕ ਲਈਏ, ਉਸ ਤੋਂ ਪਹਿਲਾਂ ਟ੍ਰੈਂਡਸ ਇਸ ਤਰੀਕੇ ਨਾਲ ਨਹੀਂ ਹੁੰਦੇ ਸੀ, ਪਰ ਸੋਸ਼ਲ ਮੀਡੀਆ ਨੇ ਬਹੁਤ ਕੁਝ ਬਦਲਿਆ ਹੈ, ਬਹੁਤ ਕੁਝ ਟ੍ਰੈਂਡਸ ਦੇ ਵਿੱਚ ਆਇਆ ਔਰ ਕਈ ਵਾਰੀ ਉਹਨਾਂ ਚੀਜ਼ਾਂ ਦੇ ਬਹਾਵ ਦੇ ਵਿੱਚ ਤੁਸੀਂ ਉਹਦੇ ਨਾਲ ਬਹਿੰਦੇ ਜਾਂਦੇ ਹੋ ਔਰ ਜਦ ਜਿੰਨੀ ਦੇਰ ਸਖਤੀ ਨਹੀਂ ਹੁੰਦੀ ਫਿਰ ਅਖੀਰ ਤੇ ਆ ਕੇ ਜਦੋਂ ਇਹੋ ਜਿਹਾ ਸਖਤ ਫੈਸਲਾ ਹੁੰਦਾ ਤਾਂ ਫਿਰ ਤੁਹਾਨੂੰ ਵਾਪਸ ਮੁੜਨਾ ਪੈਂਦਾ। ਦੇਖੋ, ਕਿਸੇ ਵੀ ਚੀਜ਼ ਦੀ ਸਖਤਾਈ ਹੋਏਗੀ, ਚਾਹੇ ਪਰਿਵਾਰ ਦੇ ਵਿੱਚ ਹੋਏ, ਚਾਹੇ ਬੱਚਿਆਂ ਨੂੰ ਹੋਏ, ਚਾਹੇ ਕਿਸੇ ਫੀਲਡ ਦੇ ਵਿੱਚ ਦਰਦ ਤੇ ਹੁੰਦਾ ਹੈ ਸ਼ੁਰੂਆਤ ਦੇ ਵਿੱਚ ਕਿਸੇ ਵੀ ਚੀਜ਼ ਦੀ ਸਖਤਾਈ ਦੇ ਉੱਤੇ, ਤੇ ਹਾਂ ਦਰਦ ਤੇ ਹੋਏਗਾ ਕਿਉਂਕਿ ਚੀਜ਼ਾਂ ਦੇ ਵਿੱਚ ਜਦੋਂ ਵੀ ਕੋਈ ਬਦਲਾਵ ਆਉਂਦਾ ਹੈ ਤੇ ਹਰ ਇੱਕ ਨੂੰ ਬਦਲਣਾ ਪੈਂਦਾ ਹੈ। ਹੁਣ ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਸੋਸ਼ਲ ਮੀਡੀਆ ਨੂੰ ਲੈ ਕੇ ਅਸੀਂ ਬਹੁਤ ਐਕਟਿਵ ਹਾਂ, ਚਾਹੇ ਰੇਡੀਓ ਹੋਏ, ਇੰਡੀਵਿਜੂਅਲ ਹੋਏ, ਟੀਵੀ ਹੋਏ, ਕੋਈ ਵੀ ਮਾਧਿਅਮ ਹੋਏ, ਉਹ ਹਰ ਇੱਕ ਚੀਜ਼ ਡਿਜੀਟਲ ਤੇ ਜਾ ਰਿਹਾ। ਹਰ ਇਨਸਾਨ ਇੰਸਟਾਗ੍ਰਾਮ, ਯੂਟਿਊਬ, ਫੇਸਬੁੱਕ ਉਸੇ ਤੇ ਜੱਜ ਕੀਤਾ ਜਾ ਰਿਹਾ ਹੈ। ਐਕਚੁਅਲ ਵਿੱਚ ਸ਼ਾਇਦ ਤੁਹਾਡੀ ਔਰ ਮੇਰੀ ਆਇਡੈਂਟੀਟੀ ਕੋਈ ਨਹੀਂ ਹੋਏਗੀ ਅਗਰ ਅਸੀਂ ਸੋਸ਼ਲੀ ਡਿਜੀਟਲੀ ਨਹੀਂ ਪਾਏ ਜਾ ਰਹੇ। ਬਿਲਕੁਲ ਠੀਕ ਹੈ ਨਾ। ਤੇ ਇੱਕ ਅਜਿਹਾ ਹੈ ਸਾਡੇ ਲਈ ਪ੍ਰੈਸ਼ਰ ਬਣ ਚੁੱਕਿਆ ਹੈ, ਇੱਕ ਨੀਡ ਆਫ ਦਾ ਆਰ ਵੀ ਹੈ ਮੈਂ ਵੀ ਕਹਾਂਗੀ, ਕਿਉਂਕਿ ਇਸ ਦੇ ਨਾਲ ਸਾਨੂੰ ਬਹੁਤ ਸਾਰੀ ਬਲੇਸਿੰਗਸ ਮਿਲੀਆਂ ਨੇ। ਅਸੀਂ ਆਪਣੀ ਰੀਚੇਬਿਲਿਟੀ ਵਧਾਈਏ, ਅਸੀਂ ਇਸ ਦਾ ਸੋਹਣੇ ਤਰੀਕੇ ਦੇ ਨਾਲ ਵੀ ਫਾਇਦਾ ਬਹੁਤ ਸਾਰੀ ਜਗ੍ਹਾ ਚੁੱਕਿਆ ਹੈ ਔਰ ਸੋਹਣੀ ਚੀਜ਼ਾਂ ਨਾਲ ਨਾਲ ਕੁਝ ਨਾ ਕੁਝ ਕਮੀਆਂ ਵੀ ਆਉਂਦੀਆਂ ਨੇ ਤੇ ਇਹ ਟਾਈਮ ਤੇ ਲੱਗੇਗਾ, ਲੇਕਿਨ ਕੋਈ ਵੀ ਚੀਜ਼ ਬਦਲਣ ਦੇ ਲਈ ਥੋੜਾ ਸਖਤ ਹੋਣਾ ਪੈਂਦਾ ਹੈ। ਤੇ ਆਈ ਥਿੰਕ ਇਹ ਸਖਤਾਈ ਦੇ ਨਾਲ, ਇਸ ਪਰਿਵਰਤਨ ਦੇ ਨਾਲ ਕੁਝ ਸੋਹਣੇ ਰਿਜ਼ਲਟ ਸਾਨੂੰ ਜਲਦੀ ਮਿਲਣਗੇ। ਬਟ ਹੋਪਸ ਹੋਏ ਰੱਖਦੇ ਹਾਂ ਕਿ ਇਸ ਚੀਜ਼ ਨੂੰ ਨਾ ਸਿਰਫ ਸਖਤਾਈ ਦੇ ਨਾਲ ਲਾਗੂ ਕੀਤਾ ਜਾਏ, ਇਸ ਨੂੰ ਫੋਲੋ ਅਪ ਵੀ ਕੀਤਾ ਜਾਏ ਕਿ ਕੀ ਇਸ ਦੇ ਉੱਤੇ ਕੰਮ ਹੋ ਰਿਹਾ ਹੈ, ਕਿ ਅਜਿਹਾ ਨਾ ਹੋਏ ਕਿ ਰੂਲ ਬਣ ਗਿਆ ਉਸ ਤੋਂ ਬਾਅਦ ਫਿਰ ਅਸੀਂ 2-3 ਮਹੀਨੇ ਥੋੜੇ ਜੇ ਇਸ ਨੂੰ ਲੈ ਕੇ ਅਸੀਂ ਸੁਚੱਜੇ ਤਰੀਕੇ ਦੇ ਨਾਲ ਫੋਲੋ ਕੀਤਾ, ਉਸ ਤੋਂ ਬਾਅਦ ਅਸੀਂ ਫਿਰ ਭੁੱਲ ਗਏ। ਹੁਣ ਇਹ ਵੇਖਣਾ ਪਏਗਾ ਕਿ ਕੀ ਉਹੀ ਮਿਊਜ਼ਿਕ ਸਾਨੂੰ ਰੀਲਸ ਦੇ ਵਿੱਚ ਤੇ ਨਹੀਂ ਮਿਲ ਜੂਗਾ। ਅਗਰ ਰੀਲਸ ਦੇ ਵਿੱਚ ਮਿਲ ਜਾਏਗਾ ਤੇ ਸਾਡਾ ਕੰਮ ਅਧੂਰਾ ਰਹਿ ਜਾਏਗਾ, ਕਿਉਂਕਿ ਦੁਨੀਆ ਦੇ ਨਾਲ ਜੇ ਵਧਣਾ ਹੈ ਤੇ ਉਹ ਹਰ ਤਰਫੋਂ ਸਾਨੂੰ ਕੰਟੈਂਟ ਕੱਟਣਾ ਪਏਗਾ। ਕਿਉਂਕਿ ਜੇ ਬਾਹਰਲੀ ਥਾਂ ਦੀ ਗੱਲ ਕੀਤੀ ਜਾਏ ਉੱਥੇ ਗਨ ਕਲਚਰ ਹੈ, ਹਿੰਦੁਸਤਾਨ ਦੀ ਇਹੀ ਖਾਸੀਅਤ ਹੈ ਕਿ ਅਸੀਂ ਉਸ ਨੂੰ ਕਦੀ ਪ੍ਰਮੋਟ ਨਹੀਂ ਕਰਦੇ, ਲੇਕਿਨ ਜੇ ਅਸੀਂ ਪ੍ਰਮੋਟ ਨਹੀਂ ਕਰਦੇ ਤੇ ਸਾਡੇ ਗੀਤਾਂ ਦੇ ਵਿੱਚ ਵੀ ਕਿਉਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਇੱਕ ਗੱਲ ਠੀਕ ਕਹੀ ਹੈ ਵੀ ਜਿਹੜਾ ਔਖਾ ਸਮਾਂ ਹੁੰਦਾ ਉਹ ਹਮੇਸ਼ਾ ਨਵੀਆਂ ਖੋਜਾਂ ਨੂੰ ਜਨਮ ਦਿੰਦਾ ਹੈ, ਨਵੀਆਂ ਕਾਢਾਂ ਨੂੰ ਜਨਮ ਦਿੰਦਾ ਹੈ। ਆਪਣੇ ਕੋਲ ਕੋਵਿਡ ਦੀ ਬਹੁਤ ਵੱਡੀ ਐਗਜ਼ਾਮਪਲ ਹੈ। ਪ੍ਰੋਫੈਸ਼ਨਲ ਤਰੀਕੇ ਨਾਲ ਆਪਾਂ ਦੇਖੀਏ ਤਾਂ ਬਹੁਤ ਕੁਝ ਨਵਾਂ ਹੋਇਆ ਇਸ ਦੌਰਾਨ ਔਰ ਉਹਨਾਂ ਚੀਜ਼ਾਂ ਨੂੰ ਅਡਾਪਟ ਵੀ ਕੀਤਾ ਗਿਆ ਜਿਹੜੀਆਂ ਚੀਜ਼ਾਂ ਪਹਿਲਾਂ ਨਹੀਂ ਕਰਦੇ ਸੀ, ਪਰ ਜਦੋਂ ਸਿਰ ਤੇ ਪਈ ਕਹਿੰਦੇ ਪੰਜਾਬੀ 'ਚ ਮੁਸੀਬਤ ਆਉਂਦੀ ਹੈ ਤਾਂ ਫਿਰ ਬੰਦਾ ਨਵੀਆਂ ਕਾਢਾਂ ਨੂੰ ਜਨਮ ਦੇ ਲੈਂਦਾ ਹੈ। ਇੱਕ ਸਵਾਲ ਮੈਂ ਗੀਤ ਤੁਹਾਡੇ ਤੋਂ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੂੰਗਾ ਜਾਂ ਜਾਣਨਾ ਚਾਹੂੰਗਾ ਕਿ ਆਪਾਂ ਜ਼ਿਆਦਾਤਰ ਫੋਕਸ ਉਸ ਚੀਜ਼ ਤੇ ਕਰਦੇ ਹਾਂ, ਕਿਉਂਕਿ ਮੈਂ ਖੁਦ ਤੇ ਵੀ ਇੰਪਲੀਮੈਂਟ ਕਰਕੇ ਇਹ ਗੱਲ ਕਹਿ ਰਿਹਾ, ਮੈਂ ਸਿਰਫ ਤੁਹਾਨੂੰ ਸਵਾਲ ਨਹੀਂ ਪੁੱਛ ਰਿਹਾ, ਕਿਉਂਕਿ ਮੈਂ ਵੀ ਉਸੇ ਪ੍ਰੋਫੈਸ਼ਨ 'ਚ ਹਾਂ ਔਰ ਆਪਾਂ ਸੇਮ ਤਰੀਕੇ ਨਾਲ ਡੀਲ ਕਰਦੇ ਹਾਂ ਪਬਲਿਕ ਦੇ ਨਾਲ। ਸੋ ਬਹੁਤ ਸਾਰੀਆਂ ਚੀਜ਼ਾਂ ਕਈ ਵਾਰੀ ਐਸੀਆਂ ਹੁੰਦੀਆਂ ਕਿ ਜਦੋਂ ਉਹਦੀ ਡਿਮਾਂਡ ਪਬਲਿਕ ਦੇ ਵਿੱਚ ਉਸ ਚੀਜ਼ ਦੀ ਜ਼ਿਆਦਾ ਹੁੰਦੀ ਹੈ ਤਾਂ ਫਿਰ ਤੁਹਾਨੂੰ ਉਸ ਪਾਸੇ ਜਾਣਾ ਪੈਂਦਾ ਹੈ। ਯਾਨੀ ਜੇ ਮੈਂ ਸਿੱਧੇ ਤੇ ਸਪਸ਼ਟ ਸ਼ਬਦਾਂ 'ਚ ਕਹਾਂ ਕਿ ਲੋਕਾਂ ਦੀ ਡਿਮਾਂਡ ਹੈ, ਲੋਕ ਸੁਣਨਾ ਚਾਹੁੰਦੇ ਨੇ, ਇਹੋ ਜਿਹੀਆਂ ਚੀਜ਼ਾਂ ਨੂੰ ਬਲ ਮਿਲਦਾ ਹੈ ਜਾਂ ਪ੍ਰਮੋਸ਼ਨ ਮਿਲਦੀ ਹੈ ਤਾਂ ਇਸ ਕਰਕੇ ਉਹ ਚੀਜ਼ਾਂ ਸਕਸੈਸਫੁਲ ਹੁੰਦੀਆਂ ਨੇ। ਔਰ ਕਈ ਵਾਰੀ ਅਸੀਂ ਅੱਜ ਕੱਲ੍ਹ ਬਹੁਤ ਚੰਗੀਆਂ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਪਿੱਛੇ ਛੱਡ ਦਿੰਦੇ ਆ ਔਰ ਜਿਹੜੀ ਕੋਈ ਸ਼ੋਰ ਸ਼ਰਾਬੇ ਵਾਲੀ, ਗਨ ਕਲਚਰ ਵਾਲੀ, ਗੈਂਗਸਟਰਿਜ਼ਮ ਵਾਲੀ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਜਿਹੜਾ ਹੈ ਜਦੋਂ ਸਪੋਰਟ ਮਿਲਦੀ ਹੈ ਤਾਂ ਫਿਰ ਆਟੋਮੈਟਿਕਲੀ ਕਈ ਵਾਰੀ ਪ੍ਰੋਫੈਸ਼ਨਲੀ ਉਸ ਪਾਸੇ ਬੰਦਾ ਨਾ ਚਾਹੁੰਦੇ ਹੋਏ ਵੀ
ਚਲਾ ਜਾਂਦਾ ਹੈ। ਸੋ ਮੈਂ ਜਿਹੜਾ ਮੇਰਾ ਸਵਾਲ ਤੁਹਾਡੇ ਤੋਂ ਪੁੱਛਣ ਦਾ ਮਤਲਬ ਹੈ ਜਾਂ ਤੁਹਾਡੇ ਨਾਲ ਡਿਸਕਸ ਕਰਨ ਦਾ ਮਤਲਬ ਇਹ ਹੈ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ ਕਿ ਸਿਰਫ ਇਹਨਾਂ ਚੀਜ਼ਾਂ ਨੂੰ ਕੁਝ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਜਾਂ ਜਿਨ੍ਹਾਂ ਦਾ ਪ੍ਰੋਫੈਸ਼ਨ ਹੈ ਉਹਨਾਂ ਚੀਜ਼ਾਂ ਤੇ ਇੰਪਲੀਮੈਂਟ ਕਰਕੇ ਆਪਾਂ ਰੋਕ ਸਕਦੇ ਹਾਂ। ਬਹੁਤ ਸੋਹਣਾ ਤੁਸੀਂ ਤਰੀਕੇ ਨਾਲ ਪੁੱਛਿਆ, ਔਰ ਇਸ ਦੇ ਵਿੱਚ ਨਾ ਸਿਰਫ ਅਸੀਂ ਇਸ ਗੀਤਾਂ ਨੂੰ ਲੈ ਕੇ ਆ ਰਹੇ ਹਾਂ ਬਲਕਿ ਆਪਣੀ ਸ਼ਾਇਦ ਲਾਈਫ ਸਟਾਈਲ ਦੇ ਹਰ ਮੁਕਾਮ ਨੂੰ ਲੈ ਕੇ ਆ ਰਹੇ ਹਾਂ। ਟ੍ਰੈਫਿਕ ਦੇ ਨਿਯਮਾਂ ਤੋਂ ਲੈ ਕੇ ਕਿਸੇ ਵੀ ਤਰੀਕੇ ਦੇ ਜਿਹੜੇ ਨਿਯਮ ਹੁੰਦੇ ਨੇ ਉਹ ਇਸੇ ਕਰਕੇ ਬਣਾਏ ਜਾਂਦੇ ਨੇ ਕਿ ਅਸੀਂ ਉਸ ਚੀਜ਼ ਨੂੰ ਫੋਲੋ ਕਰੀਏ ਤਾਂ ਕਿ ਭਟਕੀਏ ਨਾ। ਉਹ ਐਗਜ਼ਾਮਪਲ ਉਹੀ ਦਿੱਤਾ ਜਾਂਦਾ ਹੈ ਕਿ ਜੇ ਨਦੀ ਆਪਣੇ ਲਿਮਿਟੇਸ਼ਨ ਤੋਂ ਬਾਹਰ ਜਾਏਗੀ ਤੇ ਬਾੜ ਆਏਗੀ, ਇਸੇ ਕਰਕੇ ਨਿਯਮ ਕਾਨੂੰਨ ਬਣਾਏ ਜਾਂਦੇ ਨੇ। ਬਟ ਐਂਡ ਆਫ ਦਾ ਡੇ ਇਹ ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਐਜ਼ ਐਨ ਇੰਡੀਵਿਜੂਅਲ, ਮੇਰੀ, ਤੁਹਾਡੀ, ਜਾਂ ਅਸੀਂ ਇਸ ਫੀਲਡ ਦੇ ਵਿੱਚ ਹਾਂ। ਜੇ ਅਸੀਂ ਰੋਂਗ ਐਗਜ਼ਾਮਪਲ ਕ੍ਰੀਏਟ ਕਰਾਂਗੇ ਤੇ ਸੁਸਾਇਟੀ ਦੇ ਲਈ ਸਮਵੇਅਰ ਅਸੀਂ ਉਹ ਰਿਪਰੈਜ਼ੈਂਟੇਟਿਵ ਦੇ ਵਿੱਚ ਕੰਮ ਕਰਦੇ ਹਾਂ, ਲੋਕੀ ਉਹਨੂੰ ਫੋਲੋ ਕਰਨਾ ਚਾਹੁੰਦੇ। ਤੇ ਆਈ ਥਿੰਕ ਬੀਇੰਗ ਐਨ ਇੰਡੀਵਿਜੂਅਲ ਅਸੀਂ ਜਿੰਨੇ ਓਨੈਸਟ ਰਹਾਂਗੇ ਆਪਣੀ ਇਸ ਕੰਟੈਂਟ ਨੂੰ ਲੈ ਕੇ, ਆਪਣੇ ਕੰਮ ਨੂੰ ਲੈ ਕੇ, ਆਪਣੀ ਇਸ ਐਵਰੀਡੇ ਰੂਟੀਨ ਨੂੰ ਲੈ ਕੇ, ਚਾਹੇ ਉਸ ਦੇ ਵਿੱਚ ਗੀਤ ਲਿਖਣ ਦੀ ਗੱਲ ਕੀਤੀ ਜਾਏ, ਗੀਤ ਗਾਉਣ ਦੀ ਗੱਲ ਕੀਤੀ ਜਾਏ, ਪਿਕਚਰਾਈਜ਼ ਕਰਨ ਦੀ ਗੱਲ ਕੀਤੀ ਜਾਏ, ਇਹ ਅਸੀਂ ਆਪਣੀ ਨਾ ਸਿਰਫ ਕਲਚਰ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਬਲਕਿ ਪੂਰੇ ਹਿੰਦੁਸਤਾਨ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਤੇ ਇਹ ਇੱਕ ਦੋ ਦੇ ਰਾਹੀਂ ਕੰਮ ਹੋ ਸਕਦਾ ਹੈ। ਜੇ ਇੱਕ ਦੋ ਰਾਹੀਂ ਐਵਰੀ ਪਰਿਵਾਰ ਦਾ ਹਰ ਸਦੱਸਿਆ ਇਸ ਨੂੰ ਮੰਨਣਾ ਸ਼ੁਰੂ ਕਰੇਗਾ, ਹਰ ਫੀਲਡ ਦਾ ਬੰਦਾ ਇਹਨੂੰ ਮੰਨਣਾ ਸ਼ੁਰੂ ਕਰੇਗਾ ਤੇ ਕੰਮ ਹੈ ਵੱਡਾ ਹੈ। ਇਹ ਮੈਂ ਸੱਚੀ ਕਹਾਂਗੀ ਕਿ ਕੰਮ ਹੈ ਨਿੱਕਾ ਨਹੀਂ ਹੈ ਕਿ ਅੱਜ ਮੈਂ ਗੱਡੀ ਤੋਂ ਤੁਹਾਡੇ ਨਾਲ ਕਨੈਕਟਡ ਹੋ ਰਹੀ ਹਾਂ, ਹੈ ਨਾ, ਡਿਜੀਟਲ ਮਾਧਿਅਮ ਦੇ ਥਰੂ, ਲੇਕਿਨ ਇਹ ਕੰਮ ਵੱਡਾ ਹੈ। ਇੰਡੀਵਿਜੂਅਲੀ ਸਾਨੂੰ ਛੋਟੇ ਛੋਟੇ ਤੌਰ ਦੇ ਉੱਤੇ ਕੰਮ ਕਰਨਾ ਪਏਗਾ। ਮੈਨੂੰ ਘਰੇ ਇਹਦੀ ਕੋਸ਼ਿਸ਼ ਕਰਨੀ ਪਏਗੀ। ਜੇ ਮੈਂ ਰੇਡੀਓ ਸਟੇਸ਼ਨ ਦੇ ਉੱਤੇ ਹਾਂ ਤੇ ਮੈਂ ਉਹ ਗੱਲ ਜੇ ਰੋਜ਼ ਕਹਾਂਗੀ, ਆਪਣੇ ਮੈਂਟੋਰ ਹੋ ਕੇ ਆਪਣੇ ਸਟੂਡੈਂਟਸ ਨੂੰ ਜਾਂ ਆਪਣੇ ਜੂਨੀਅਰਸ ਨੂੰ ਸਿਖਾਉਣ ਦੀ ਕੋਸ਼ਿਸ਼ ਕਰਾਂਗੀ ਤੇ ਸ਼ਾਇਦ ਇਸ ਦੀ ਚੇਨ ਬਣਦੀ ਹੋਈ ਜਾਏਗੀ। ਏਦਾਂ ਹੀ ਤੁਹਾਡੇ ਨਾਲ ਹੋਏਗਾ ਜੀ। ਕਿਉਂਕਿ ਮੈਂ ਗੀਤ ਇਹ ਗੱਲ ਇਸ ਲਈ ਕਰ ਰਿਹਾ, ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿ ਜਦੋਂ ਕੋਈ ਲੀਕ ਤੋਂ ਹਟ ਕੇ ਕੰਮ ਕਰਦਾ ਹੈ, ਜਦੋਂ ਤੁਸੀਂ ਵਹਾਅ ਦੇ ਵਿੱਚ ਨਹੀਂ ਬਹਿੰਦੇ, ਜੋ ਫਲੋ ਚੱਲ ਰਿਹਾ ਉਸ ਦੇ ਨਾਲ ਨਹੀਂ ਬਹਿੰਦੇ, ਜਦੋਂ ਤੁਸੀਂ ਲੀਕ ਤੋਂ ਹਟ ਕੇ ਕੰਮ ਕਰਦੇ ਹੋ ਜਾਂ ਲੀਕ ਤੋਂ ਹਟ ਕੇ ਸੋਚਦੇ ਹੋ ਕਿ ਮੈਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਨਾ, ਤੇ ਜਦੋਂ ਫਿਰ ਤੁਹਾਨੂੰ ਉਸ ਚੀਜ਼ ਦੀ ਅੱਗੋਂ ਐਪਰੀਸੀਏਸ਼ਨ ਨਾ ਮਿਲੇ, ਲੋਕ ਉਸ ਨੂੰ ਰਿਸਪੌਂਡ ਨਾ ਕਰਨ, ਉਸ ਨੂੰ ਦੇਖਣ ਨਾ, ਤਾਂ ਫਿਰ ਜਿਹੜਾ ਵਿਅਕਤੀ ਕੋਈ ਵੱਖਰਾ ਇਨੀਸ਼ੀਏਟਿਵ ਲੈਂਦਾ ਉਹਦਾ ਮਨੋਬਲ ਟੁੱਟ ਜਾਂਦਾ ਹੈ। ਫਿਰ ਦੂਸਰਾ ਬੰਦਾ ਕੋਈ ਹਿੰਮਤ ਨਹੀਂ ਕਰਦਾ ਕਿ ਯਾਰ ਉਸਨੇ ਕਲਚਰ ਤੇ ਗਾਣਾ ਗਾਇਆ ਸੀ, ਸੱਭਿਆਚਾਰ ਦਿਖਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਪ੍ਰਮੋਸ਼ਨ ਨਹੀਂ ਮਿਲੀ। ਜਦੋਂ ਦੂਸਰੇ ਪਾਸੇ ਕਿਸੇ ਨੇ ਫੈਰ ਦੀ ਗੱਲ ਕਰਤੀ ਜਾਂ ਬੱਤੀ ਬੋਰ ਦੀ ਗੱਲ ਕਰਤੀ ਜਾਂ ਗਨ ਦੀ ਗੱਲ ਕਰਤੀ ਤਾਂ ਉਹਨੂੰ ਮਿਲੀਅਨਸ ਵਿਊ ਹੋ ਗਏ, ਤਾਂ ਫਿਰ ਕਿਤੇ ਨਾ ਕਿਤੇ ਉਹ ਚੀਜ਼ ਤੁਹਾਡਾ ਹੌਸਲਾ ਡੇਗਦੀ ਹੈ। ਸੋ ਮੈਂ ਤਾਂ ਇਸ ਪੁਆਇੰਟ ਆਫ ਵਿਊ ਨਾਲ ਗੱਲ ਕਰ ਰਿਹਾ ਸੀ ਕਿ ਪਬਲਿਕ ਦੀ ਸਪੋਰਟ ਬੜੀ ਜ਼ਰੂਰੀ ਹੈ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ। ਬਿਲਕੁਲ ਬਿਲਕੁਲ। ਤੇ ਜਿਹੜੇ ਵੀ ਅਸੀਂ ਇਹਨਾਂ ਨੂੰ ਸੋ ਕਾਲਡ ਇਨਫਲੂਐਂਸਰ ਕਹਿੰਦੇ ਹਾਂ ਜਾਂ ਕੋਈ ਵੀ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ, ਜਦੋਂ ਤੱਕ ਅਸੀਂ ਆਪ ਉਸ ਦੀ ਸਪੋਰਟ ਨਹੀਂ ਕਰਾਂਗੇ ਨਾ, ਕਿਉਂ ਨਾ ਤੁਸੀਂ, ਕਿਉਂ ਨਾ ਮੈਂ, ਕਿਉਂ ਨਾ ਆਪਣਾ ਜਿਹੜੇ ਮੀਡੀਅਮ ਤੇ ਅਸੀਂ ਕੰਮ ਕਰ ਰਹੇ ਹਾਂ ਉਸ ਨੂੰ ਬਿਲਕੁਲ ਅਪਫਰੰਟ ਹੋ ਕੇ ਸਪੋਰਟ ਕਰੀਏ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਇਕਲੌਤਾ ਬੰਦਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਬਹੁਤ ਕੋਸ਼ਿਸ਼ ਕਰਦਾ ਹੈ, ਕਦੀ ਕਦੀ ਡਿੱਗ ਪੈਂਦਾ, ਕਿਉਂ ਨਹੀਂ ਅਸੀਂ ਜਦੋਂ ਅਸੀਂ ਨੋਟਿਸ ਕਰ ਰਹੇ ਕਿ ਕੋਈ ਚੰਗਾ ਕੰਮ ਕਰ ਰਿਹਾ ਹੈ ਉਸ ਦਾ ਸਾਥ ਦਈਏ, ਉਸ ਦੀ ਸਟਰੈਂਥ ਬਣੀਏ, ਉਸ ਨੂੰ ਉਸ ਦੀ ਆਵਾਜ਼ ਦੇ ਲਈ ਇੱਕ ਮਾਈਕ ਬਣੀਏ, ਹੈ ਨਾ, ਕਿਉਂਕਿ ਤਾਂ ਹੀ ਕਰਕੇ ਅਸੀਂ ਉਸ ਨੂੰ ਸਪੋਰਟ ਕਰ ਸਕਦੇ ਹਾਂ। ਮੈਂ ਤੇ ਬਿਲਕੁਲ ਫੁੱਲ ਸਪੋਰਟ ਦੇ ਨਾਲ ਹਾਂ। ਮੈਨੂੰ ਤਾਂ ਅਜਿਹਾ ਅੱਛਾ ਲੱਗ ਰਿਹਾ ਕਿ ਸ਼ਾਇਦ ਕੋਈ ਤੇ ਹੈ ਜਿਹੜੀ ਇਸ ਗੱਲ ਨੂੰ ਸੁਣ ਰਿਹਾ ਹੈ, ਸਮਝ ਰਿਹਾ ਹੈ, ਕਿਉਂਕਿ ਅਸੀਂ ਆਪਣੇ ਗੀਤਾਂ ਦੇ ਮਾਧਿਅਮ ਦੇ ਨਾਲ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕੀਤਾ ਹੈ। ਉਹ ਗੀਤ ਹੀ ਧਾਰਮਿਕ ਨੇ, ਉਹ ਗੀਤ ਹੀ ਹੈ ਜੋ ਕਿ ਦਿਲ ਦੀ ਗੱਲ ਕਰਦੇ ਨੇ, ਉਹ ਗੀਤ ਹੈ ਜੋ ਕਿ ਸਾਨੂੰ ਬਹਾਦਰੀ, ਉਹ ਸਾਨੂੰ ਸਾਡੇ ਰਾਸ਼ਟਰ ਦੇ ਨਾਲ ਜੋੜਦੇ ਨੇ। ਤੇ ਉਹ ਗੀਤ ਹੀ ਇੱਕ ਨਵੀਂ ਸੋਸਾਇਟੀ ਕ੍ਰੀਏਟ ਕਰ ਸਕਦੇ। ਬੱਚੇ ਨੇ ਉਹ ਗੀਤ ਗਾਣਾ, ਬੱਚੇ ਨੇ ਉਸਨੇ ਨੱਚਣਾ ਵੀ ਹੈ, ਪਰਿਵਾਰਾਂ ਦੇ ਵਿੱਚ ਉਹ ਸੁਣਿਆ ਜਾਣਾ ਹੈ, ਗੱਡੀ ਦੇ ਵਿੱਚ, ਸ਼ਾਦੀਆਂ ਦੇ ਵਿੱਚ, ਹਰ ਥਾਂ ਤੇ ਸੁਣਿਆ ਜਾਣਾ ਹੈ। ਤੇ ਕਿਉਂ ਅਸੀਂ ਗਲਤ ਗੱਲ ਸੁਣੀ? ਜੇ ਅਸੀਂ ਗਲਤ ਗੱਲ ਸੁਣਾਂਗੇ ਤੇ ਉਹਨੂੰ ਗਲਤ ਗੱਲ ਨੂੰ ਫੋਲੋ ਵੀ ਕਰਾਂਗੇ। ਤੇ ਕਿਉਂ ਨਾ ਸ਼ੁਰੂਆਤ ਏਦਾਂ ਦੀ ਕੀਤੀ ਜਾਏ, ਸੁਣੀਏ ਵੀ ਅੱਛਾ, ਬੋਲੀਏ ਵੀ ਅੱਛਾ ਤੇ ਸੋਸਾਇਟੀ ਦੇ ਵਿੱਚ ਕੁਝ ਅੱਛਾ ਕਰ ਦੇਈਏ, ਆਪਣੇ ਆਪ ਚੇਂਜ ਆ ਜਾਏਗੀ। ਸ਼ੁਕਰੀਆ ਗੀਤ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ, ਕਿਉਂਕਿ ਗੱਲ ਜਦੋਂ ਵੀ ਕਿਤੇ ਹੁੰਦੀ ਹੈ ਉਸ ਦਾ ਅਸਰ ਦੂਰ ਤੱਕ ਜਾਂਦਾ ਹੈ। ਸੋ ਇਹਨਾਂ ਚੀਜ਼ਾਂ ਨੂੰ ਡਿਸਕਸ ਕਰਨਾ ਵੀ ਬੜਾ ਜ਼ਰੂਰੀ ਹੋ ਜਾਂਦਾ ਹੈ। ਸਰਕਾਰਾਂ ਸਿਰਫ ਫੈਸਲੇ ਲੈ ਸਕਦੀਆਂ, ਉਹਨਾਂ ਚੀਜ਼ਾਂ ਨੂੰ ਜੜੋਂ ਖਤਮ ਨਹੀਂ ਕਰ ਸਕਦੀਆਂ। ਜੜੋਂ ਖਤਮ ਕਰਨ ਦੇ ਲਈ ਹਰ ਇੱਕ ਵਿਅਕਤੀ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ। ਹਰ ਵਿਅਕਤੀ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾਉਣੀ ਪੈਂਦੀ ਹੈ। ਫਿਰ ਹੀ ਤੁਸੀਂ ਜਾ ਕੇ ਇਹਨਾਂ ਚੀਜ਼ਾਂ ਤੇ ਲਗਾਮ ਲਗਾ ਸਕਦੇ ਹੋ, ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰ ਸਕਦੇ ਹੋ, ਚੰਗੇ ਗਾਣੇ ਸੁਣ ਸਕਦੇ ਹੋ ਔਰ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ।
ਪਰ ਜਦੋਂ ਤੱਕ ਹਰ ਕੋਈ ਆਪਣੀ ਜ਼ਿੰਮੇਵਾਰੀ ਨਹੀਂ ਸਮਝੂਗਾ ਤਾਂ ਕੱਲੀਆਂ ਸਰਕਾਰਾਂ ਸਿਸਟਮ ਨੂੰ ਬਦਲਣ ਦੇ ਕਾਬਿਲ ਨਹੀਂ ਹੁੰਦੀਆਂ। ਸਰਕਾਰਾਂ ਸਿਰਫ ਇੱਕ ਫੈਸਲਾ ਲੈ ਸਕਦੀਆਂ, ਇੱਕ ਸੇਧ ਦੇ ਸਕਦੀਆਂ ਜਾਂ ਇੱਕ ਰਸਤਾ ਵਿਖਾ ਸਕਦੀਆਂ। ਚੱਲਣਾ ਉਸ ਤੇ ਆਪਣੇ ਆਪ ਹੀ ਪੈਂਦਾ ਹੈ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਵੇਲਾ ਹੈ, ਜਲਦ ਵਾਪਸ ਆਉਣਾ।